अस्सलाम वालेकुम डॉक्टर साहब। जी वालेकुम नवर भाई, क्या हाल चाल है? ठीक ठाक है। ठीक ठाक डॉक्टर साहब जी। अपना ना एक ओवरऑल ਜਿਹੜਾ ਕਿਸਾਨਾਂ ਦੇ ਫਾਰਮਰ ਦੇ ਬਾਰੇ ਤੋਂ ਕੇਸ ਸਾਹਮਣੇ ਆਂਦਾ जी ਕਿ ਜਦੋਂ ਆਪਣੀ ਗਾਇ ਹੁੰਦੀ ਆ ਬੱਚਾ ਦਿੰਦੀ ਆ, जी ਜਦੋਂ ਆਪਾਂ ਉਹਦੀ ਚੁਆਈ ਕਰਦੇ ਆ जी ਉਹ ਦਿੰਦੀ ਜੀ 25 ਲੀਟਰ ਦੁੱਧ ਦਿੰਦੀ बिल्कुल। ਤੇ ਆਹਿਸਤਾ ਆਹਿਸਤਾ ਉਹਨਾਂ ਉਹ ਦੁੱਧ ਘਟਾ ਦਿੰਦੀ ਆ। ਮਤਲਬ ਕਿ ਦੁੱਧ ਆਂਦਾ 25 ਲੀਟਰ, ਬਾਅਦ ਚ ਆਹਿਸਤਾ ਆਹਿਸਤਾ ਆਣ ਕੇ ਉਹਨੇ 10 ਲੀਟਰ ਹੋਏ ਨਾ 8 ਲੀਟਰ ਇਦਾਂ ਘਟਾ ਦੇਣਾ ਤੇ ਫਾਰਮਰ ਬੜਾ ਨਾ ਪਰੇਸ਼ਾਨ ਹੁੰਦਾ, ਯਾਰ ਮੇਰੀ ਗਾਇ ਤੇ ਸਭ ਤੋਂ ਚੰਗੀ ਸੀ, ਇਹਦਾ ਦੁੱਧ ਕਿੱਦਾਂ ਘਟ ਗਿਆ, ਇਹਦੇ ਬਾਰੇ ਕੋਈ ਸਾਨੂੰ ਦੱਸਿਆ ਜਾਵੇ। जी थैंक यू, गुड सवाल है जी नवर भाई। नवर भाई, जो जानवर सूंदा ਜਾਂ ਸੂਣ ਨੂੰ ਤਿਆਰ ਹੁੰਦਾ ਨਾ, ਲਾਸਟ ਦਿਨਾਂ ਦੇ 8ਵਾਂ 9ਵਾਂ, ਜਿੱਦਾਂ ਮੱਝ ਦਾ 10ਵਾਂ ਮਹੀਨਾ ਹੈ, ਗਾਂ ਦਾ 9ਵਾਂ ਮਹੀਨਾ, ਉਸ ਤੇ ਤਿੰਨ ਜ਼ਿੰਮੇਵਾਰੀਆਂ ਹੈ। ਇੱਕ ਤਾਂ ਉਹਨੇ ਪੇਟ 'ਚ ਬੱਚਾ ਪਾਲਣਾ, ਇੱਕ ਉਹਦੀ ਆਪਣੀ ਹੈਲਥ, ਔਰ ਤੀਸਰਾ ਸੂਣ ਤੋਂ ਬਾਅਦ ਉਹਨੇ ਆਪਣਾ ਦੁੱਧ ਦੇਣਾ। ਅਸੀਂ ਕੀ ਕਰਨੇ ਕਿ ਜਦੋਂ ਸਾਡਾ ਜਾਨਵਰ ਪ੍ਰੈਗਨੈਂਟ ਹੋ ਜਾਂਦਾ, ਅਸੀਂ ਤੇਲ ਕੋਈ ਚੀਜ਼ਾਂ ਉਹਨੂੰ ਪ੍ਰੋਟੀਨ ਵਗੈਰਾ ਉਦੋਂ ਪਹਿਲੇ ਤੀਸਰੇ ਚੌਥੇ 7ਵੇਂ ਮਹੀਨੇ ਤੱਕ ਦਿੰਦੇ ਰਹਿੰਦੇ ਹਾਂ। ਲੇਕਿਨ ਜਦੋਂ ਆਖਰੀ 3 ਮਹੀਨੇ ਉਸ ਤੇ ਜ਼ਿਆਦਾ ਲੋਡ ਹੁੰਦਾ ਬੱਚਾ ਪਾਲਣ ਦਾ, ਆਪਣੀ ਹੈਲਥ ਔਰ ਬਾਅਦ 'ਚ ਦੁੱਧ ਦੇਣ ਵਾਸਤੇ ਸੂਣ ਤੋਂ ਬਾਅਦ, ਅਸੀਂ ਉਹਨੂੰ ਕੀ ਕਰਨੇ ਕਿ ਅਸੀਂ ਉਹਦਾ ਤਮਾਮ ਪ੍ਰੋਟੀਨ ਤੇਲ ਵਗੈਰਾ ਹਰ ਸ਼ੇ ਬੰਦ ਕਰ ਦਿੰਦੇ। ਠੀਕ ਹੋ ਗਿਆ। ਜਦੋਂ ਸਾਡਾ ਜਾਨਵਰ ਸੂੰਦਾ ਹੈ ਉਹਨੂੰ ਅਸੀਂ ਕਾਰਬੋਹਾਈਡਰੇਟ ਗਜ਼ਾਵਾਂ ਲਾਈਕ ਕਣਕ, ਮੱਕੀ ਜਾਂ ਜਿਹੜਾ ਮਤਵਾਜ਼ਨ ਵੰਡਾ ਮਾਰਕੀਟ 'ਚ ਬਣਿਆ ਹੁੰਦਾ ਉਹ ਅਸੀਂ ਨਹੀਂ ਪਾਉਂਦੇ। ਜਾਨਵਰ ਆਪਣਾ ਆਪ ਹੀ ਯੂਜ਼ ਕਰਕੇ ਤੇ ਮਤਲਬ ਦੁੱਧ ਦੀ ਐਵਰੇਜ ਅਗਰ ਉਹਦੀ 25 ਲੀਟਰ ਹੈ ਨਾ, ਉਹ 18 ਤੇ ਆ ਜਾਏਗਾ। ਅਗਰ 12 ਲੀਟਰ ਵਾਲਾ ਤਾਂ 4 ਲੀਟਰ ਤੇ ਆ ਜਾਏਗਾ। ਆਫਟਰ ਗੈਲਵਿੰਗ ਇੱਕ ਡਿਜ਼ੀਜ਼ ਆ ਕੈਟੇਟੋਸਿਸ। ਠੀਕ ਹੈ। ਉਹਦੇ 'ਚ ਕੀ ਹੁੰਦਾ ਕਿ ਜਾਨਵਰ ਦੇ ਅੰਦਰੋਂ ਜਦੋਂ ਆਪਣਾ ਆਪ ਇਸਤੇਮਾਲ ਕਰਨ ਲੱਗ ਪੈਂਦਾ ਆਪਣੀ ਚਰਬੀ, ਆਪਣੀ ਬੂਨ ਦੇ ਵਿੱਚੋਂ ਕੈਲਸ਼ੀਅਮ, ਤੋਂ ਪਿਸ਼ਾਬ ਦੇ ਰਾਹੋਂ ਗਲੂਕੋਜ਼ ਖਾਰਜ ਹੋਣਾ ਸ਼ੁਰੂ ਹੋ ਜਾਂਦਾ। ਠੀਕ ਆ। ਉਹਨੂੰ ਅਸੀਂ ਸਾਨੇ ਕੈਟੇਟੋਸਿਸ, ਉਹ 'ਚ ਜਾਨਵਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ, ਉਹਨੂੰ ਡਾਇਰੀਆ ਲੱਗਦਾ। ਠੀਕ ਆ। ਹੱਤਾਂ ਕਿ ਇਹ ਵੀ ਨੋਟ ਕੀਤਾ ਗਿਆ ਕਿ ਜਾਨਵਰ ਬੈਠ ਜਾਂਦਾ ਵਾ। ਠੀਕ ਆ। ਔਰ ਪ੍ਰੋਡਕਸ਼ਨ ਉਹਦੀ ਆਟੋਮੈਟਿਕ ਬਾਈ ਘਟ ਜਾਂਦੀ ਆ। ਰੀਜ਼ਨ ਕੀ ਆ ਕਿ ਅਸੀਂ ਉਹਨੂੰ ਕਾਰਬੋਹਾਈਡਰੇਟ ਗਜ਼ਾ ਨਹੀਂ ਪਾ ਰਹੇ, ਇਹਦੀ ਵਜ੍ਹਾ ਤੋਂ ਕਰਕੇ ਜਾਨਵਰ ਸਾਡਾ ਪਿੱਛੇ ਆ ਰਿਹਾ। ਲਾਈਕ ਉਹਨੂੰ ਵੰਡਾ ਪਾਉਣਾ ਚਾਹੀਦਾ, ਉਹਨੂੰ ਮਿਨਰਲਸ ਔਰ ਡੀਸੀਪੀ ਪਾਊਡਰ ਜਿਹੜਾ ਅੱਛਾ ਉਹ ਦੇਣਾ ਚਾਹੀਦਾ, ਟੌਕਸਨ ਬਾਈਂਡਰ ਦੇਣਾ ਚਾਹੀਦਾ। ਔਰ ਕੈਟੋਟੋਸਿਸ ਤੋਂ ਬਚਣ ਵਾਸਤੇ ਉਹਨੂੰ ਮਿੱਠਾ ਸੋਡਾ ਬਫਰ, ਇਹ ਉਹਨੂੰ ਡੇਲੀ ਹੀ 100 ਗ੍ਰਾਮ ਦੇਣਾ ਚਾਹੀਦਾ ਤਾਂ ਕਿ ਜਾਨਵਰ ਸਾਡਾ ਜਿਹੜਾ ਨਾ ਉਹ ਕੈਟੋਟੋਸਿਸ ਤੋਂ ਬਚਿਆ ਰਵੇ। ਔਰ ਸਾਡਾ ਆਮ ਜ਼ਿਮੀਂਦਾਰ ਕੀ ਕਰਦਾ ਕਿ ਉਹਨੂੰ ਖਲ ਗੰਦੀ ਲਿਆ ਕੇ ਸ਼ੁਰੂ ਕਰ ਦਿੰਦਾ ਜਿਹ 'ਚ ਟੌਕਸਨ ਆ, ਸੁੱਕੀਆਂ ਰੋਟੀਆਂ ਜੇ ਚੁੱਲੀ ਆ। ਔਰ ਜਾਨਵਰ ਕੀ ਕਰਦਾ ਕਿ ਯਕਦਮ ਪ੍ਰੋਡਕਸ਼ਨ ਜਿਹੜੀ ਆਪਣੀ ਘਟਾ ਜਾਂਦਾ। ਇਹਦਾ ਸਿੰਪਲ ਟੈਸਟ ਇੱਕ ਦੱਸਣਾ ਕਿ ਜਿਹੜਾ ਤੁਹਾਡਾ ਜਾਨਵਰ ਯੂਰੀਨ ਕਰਦਾ ਵਾ ਉਹ 'ਚ ਅਗਰ ਤੁਹਾਨੂੰ ਇੱਕ ਸਮੈਲ ਆਉਂਦੀ ਆ ਤੇ ਇਹਦਾ ਮਤਲਬ ਤੁਹਾਡਾ ਜਾਨਵਰ ਕੈਟੋਟੋਸਿਸ ਦਾ ਸ਼ਿਕਾਰ ਹੋ ਗਿਆ। ਔਰ ਉਹਦੇ ਇਲਾਜ ਵਾਸਤੇ ਆਪਣੇ ਕਰੀਬੀ ਸ਼ਫਾਖਾਨਾ ਹੈ ਜਿਹੜਾ ਮਤਲਬ ਸਰਕਾਰੀ ਹਸਪੀਟਲ, ਉਹਨਾਂ ਡਾਕਟਰ ਸਾਹਿਬ ਨਾਲ ਰਾਬਤਾ ਕਰੋ ਤੇ ਉਹ ਤੁਹਾਨੂੰ ਅੱਛਾ ਮਸ਼ਵਰਾ ਦੇਣਗੇ ਔਰ ਇਹਦਾ ਇਲਾਜ ਵੀ ਹੋਏਗਾ। ਲੇਕਿਨ ਅਗਰ ਵਕਤੀ ਤੌਰ ਤੇ ਤੁਸੀਂ ਉਹਨੂੰ ਕੈਲਸ਼ੀਅਮ ਦੇਵੋ ਔਰ ਪਲੱਸ ਮਿੱਠਾ ਸੋਡਾ ਦੇਵੋ, ਬਫਰ ਜਿਹਨੂੰ ਸਾਦੇ, ਤੇ ਇਨਸ਼ਾਅੱਲਾ ਅਗਰ ਤੁਸੀਂ ਜਾਨਵਰ ਨੂੰ ਵੰਡਾ ਔਰ ਮਤਵਾਜ਼ਨ ਗਜ਼ਾ, ਸਾਈਲੇਜ ਵਗੈਰਾ, ਪੱਠਾ ਔਰ ਪਾਣੀ ਟਾਈਮ ਤੇ ਦਿੰਦੇ ਰਹੋਗੇ ਤੇ ਕੈਟੋਟੋਸਿਸ ਤੋਂ ਜਾਨਵਰ ਬਚਿਆ ਰਹੇਗਾ। ਔਰ ਮਜ਼ੇ ਦੀ ਗੱਲ ਇਹ ਕਿ ਤੁਹਾਡਾ ਜਾਨਵਰ ਅਗਲੇ ਸੂਏ ਤੱਕ ਵੀ ਦੁੱਧ ਪੂਰਾ ਰੱਖੇਗਾ। ਅਗਰ ਤੁਸੀਂ ਇਹ ਚੀਜ਼ਾਂ ਨਹੀਂ ਦੋਗੇ ਤੇ ਜਾਨਵਰ ਆਪਣਾ ਹੀ ਜਿਸਮ ਦੇ ਵਿੱਚ ਕੈਲਸ਼ੀਅਮ ਔਰ ਫੈਟ ਯੂਜ਼ ਕਰਕੇ ਕਮਜ਼ੋਰ ਹੋ ਜਾਏਗਾ ਔਰ ਦੁੱਧ ਉਹਦਾ ਘਟ ਜਾਏਗਾ ਬਾਈ। ਥੈਂਕ ਯੂ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਓਕੇ ਸਰ, ਥੈਂਕ ਯੂ। ਹੋਰ ਵੀ ਇਦਾਂ ਦੇ ਕੋਈ ਅੱਛੇ ਸਵਾਲ ਕਰਨ ਵਾਲੀ ਡਾਕਟਰ ਸਾਹਿਬ ਆਪਣੇ ਨਾਲ ਰਵਣਗੇ। ਆਪਣੇ ਕੋਈ ਵੀ ਆਪਣੇ ਫਾਰਮਰ ਦੀ ਕੋਈ ਵੀ ਮਸਲਾ ਪੇਸ਼ ਆਂਦਾ ਹੋਵੇ ਉਹ ਤੁਸੀਂ ਕਮੈਂਟ ਕਰਨਾ ਤੇ ਇਨਸ਼ਾਅੱਲਾ ਅਸੀਂ ਉਹਦੇ ਉੱਤੇ ਜ਼ਰੂਰ ਵੀਡੀਓ ਬਣਾਵਾਂਗੇ ਉਸ ਮਸਲੇ ਦੇ ਉੱਤੇ। ਠੀਕ ਹੈ ਜੀ। ਅੱਲਾ ਹਾਫਿਜ਼। ਸਾਨੂੰ ਇਜਾਜ਼ਤ ਦਿਓ। ਰੱਬ ਰਾਖਾ।